हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਅਗਲਾ ਭਾਗ ਲੈ ਕੇ ਆਏ ਆ। ਟੌਪਿਕ 6ਵਾਂ ਅਤੇ ਮੌਰੀਆ ਸਾਮਰਾਜ ਆਪਣੇ ਟੌਪਿਕ ਦਾ ਜਿਹੜਾ ਨਾਮ ਹੈ। ਸੋ ਇਸ ਤੇ ਜਿੰਨੇ ਵੀ ਪ੍ਰਸ਼ਨ ਉੱਤਰ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਆ। ਪ੍ਰਾਚੀਨ ਭਾਰਤੀ ਇਤਿਹਾਸ ਆਪਾਂ ਸਟਾਰਟ ਕੀਤਾ ਹੋਇਆ। ਸੋ ਜਿਨ੍ਹਾਂ ਨੇ ਹਾਲੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਏਗਾ, ਤਾਂ ਉੱਥੇ ਜਾ ਕੇ ਰੀਡ ਕਰ ਸਕਦੇ ਹੋ। ਅਗਰ PDF ਨੋਟਿਸ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਸਾਈਟ ਦਾ ਲਿੰਕ ਜਿਹੜਾ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਜਿੱਥੋਂ ਜਾ ਕੇ ਤੁਸੀਂ ਆਪਣੇ ਸਬਜੈਕਟ ਦੇ ਹਿਸਾਬ ਨਾਲ PDF ਨੋਟਿਸ ਹੈ ਜਿਹੜੇ ਡਾਊਨਲੋਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਇਸ ਟੌਪਿਕ ਦੇ ਨਾਲ ਸੰਬੰਧਿਤ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 26 ਤੋਂ ਸਟਾਰਟ ਕਰਾਂਗੇ। ਚੰਦਰਗੁਪਤ ਮੌਰੀਆ ਕਿਸ ਜੈਨ ਸੰਤ ਨਾਲ ਆਪਣੇ ਜੀਵਨ ਦੇ ਅੰਤਲੇ ਯਾਨੀ ਕਿ ਆਖਰੀ ਸਮੇਂ ਸਰਬਨਬੇਨਗੋਲਾ ਚਲਾ ਗਿਆ ਸੀ। ਸੋ ਪਹਿਲਾਂ ਆਪਾਂ ਕੱਲ੍ਹ ਕੁਐਸਚਨ ਕਰਿਆ ਸੀ ਕਿ ਚੰਦਰਗੁਪਤ ਮੌਰੀਆ ਨੇ ਆਪਣੇ ਜੀਵਨ ਜਿਹੜੇ ਆਖਰੀ ਸਾਲ ਸੀ, ਆਖਰੀ ਸਮਾਂ ਸੀ, ਉਹ ਕਿੱਥੇ ਬਿਤਾਇਆ ਸੀਗਾ? ਤਾਂ ਉਹ ਬਿਤਾਇਆ ਸੀਗਾ ਸਰਬਨਬੇਨਗੋਲਾ ਦੇ ਵਿੱਚ। ਅਤੇ ਕਿਹੜੇ ਜੈਨ ਸੰਤ ਨਾਲ ਉਹਨਾਂ ਨੇ ਆਪਣੇ ਜੀਵਨ ਦਾ ਆਖਰੀ ਸਮਾਂ, ਅੰਤਲੇ ਸਮੇਂ ਸੀ ਜਿਹੜੇ ਸਰਬਨਬੇਨਗੋਲਾ ਦੇ ਵਿੱਚ ਬਿਤਾਏ ਸੀ? ਪਾਰਸ਼ਵਨਾਥ, ਭੱਦਰਬਾਹੂ, ਸਥੂਲ ਭੱਦਰ ਜਾਂ ਫਿਰ ਰਿਸ਼ਵ ਨਾਥ ਦੇ ਨਾਲ। ਤਾਂ ਇਹ ਜੈਨ ਸੰਤ ਸੀਗੇ। ਤਾਂ ਜੈਨ ਸੰਤ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਤਾਂ ਉਹ ਸੀਗੇ ਜੀ ਭੱਦਰਬਾਹੂ। ਤਾਂ ਭੱਦਰਬਾਹੂ ਜੈਨੀ ਸੰਤ ਸੀਗੇ ਜਿਨ੍ਹਾਂ ਨਾਲ ਸਰਬਨਬੇਨਗੋਲਾ ਦੇ ਵਿੱਚ ਚੰਦਰਗੁਪਤ ਮੌਰੀਆ ਨੇ ਆਪਣੇ ਜੀਵਨ ਦੇ ਆਖਰੀ ਸਾਲ, ਆਖਰੀ ਸਮਾਂ, ਅੰਤਲਾ ਸਮਾਂ ਜਿਹੜਾ ਉਹ ਬਿਤਾਇਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਹੜੇ ਮੌਰੀਆ ਸਮਰਾਟ ਨੇ ਆਪਣੀ ਰਾਜਗੱਦੀ ਤਿਆਗ ਕੇ ਉਪਵਾਸ ਕਰਕੇ ਪ੍ਰਾਣ ਸੀ ਜਿਹੜੇ ਉਹ ਤਿਆਗੀ ਸੀ? ਸੋ ਰਾਜਗੱਦੀ ਛੱਡ ਦਿੱਤੀ ਸੀ। ਅਸ਼ੋਕ, ਚੰਦਰਗੁਪਤ ਮੌਰੀਆ, ਬ੍ਰਹਦਰਥ ਜਾਂ ਫਿਰ ਕਨਿਸ਼ਕ? ਤਾਂ ਇਹਦਾ ਆਨਸਰ ਜਿਹੜਾ ਤੁਹਾਨੂੰ ਪਤਾ ਲੱਗ ਗਿਆ ਹੋਏਗਾ, ਪ੍ਰਸ਼ਨ ਨੰਬਰ 26 ਚੋਂ ਹੀ ਨਿਕਲਿਆ ਚੰਦਰਗੁਪਤ ਮੌਰੀਆ। ਮੌਰੀਆ ਸਮਰਾਟ ਸੀਗਾ, ਇਹਨਾਂ ਨੇ ਆਪਣੀ ਰਾਜਗੱਦੀ ਦਾ ਤਿਆਗ ਕਰ ਦਿੱਤਾ ਸੀ ਅਤੇ ਬਾਕੀ ਦਾ ਸਮਾਂ ਸੀ ਜਿਹੜਾ ਉਪਵਾਸ ਕਰਕੇ ਗੁਜ਼ਾਰਿਆ ਸੀਗਾ ਅਤੇ ਆਪਣੇ ਪ੍ਰਾਣ ਸੀ ਜਿਹੜੇ ਤਿਆਗੇ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਨਾਲ ਦੀ ਨਾਲ ਕਮੈਂਟ ਜ਼ਰੂਰ ਕਰ ਦਿਆ ਕਰੋ, ਗਲਤ ਹੋ ਜਾਏਗਾ ਕੋਈ ਗੱਲ ਨਹੀਂ, ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜਿਸ ਵੀ ਗਰੁੱਪ ਵਿੱਚ ਤੁਸੀਂ ਐਡ ਹੋ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅנס ਆਪਣੇ ਨਾਲ ਜੁੜ ਸਕੇ। ਚੰਦਰਗੁਪਤ ਮੌਰੀਆ ਦੀ ਮੌਤ ਕਦੋਂ ਹੋਈ ਸੀ? ਜਾਂ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਮੌਤ 'ਤੇ ਜਾਂ ਫਿਰ ਜਨਮ 'ਤੇ। ਸੋ ਇਹਨਾਂ 'ਚ ਇੱਕ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੁੰਦਾ ਹੈ। 298 ਈਸਵੀ ਪੂਰਵ, 273 ਈਸਵੀ ਪੂਰਵ, 250 ਈਸਵੀ ਪੂਰਵ, 253 ਈਸਵੀ ਪੂਰਵ। ਤਾਂ ਚੰਦਰਗੁਪਤ ਮੌਰੀਆ ਦੀ ਜਿਹੜੀ ਮੌਤ ਸੀ 298 ਈਸਵੀ ਪੂਰਵ ਦੇ ਵਿੱਚ ਹੋਈ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਚੰਦਰਗੁਪਤ ਮੌਰੀਆ ਤੋਂ ਬਾਅਦ ਮੌਰੀਆ ਸਮਰਾਟ ਕੌਣ ਬਣਿਆ ਸੀ? ਅਸ਼ੋਕ, ਚੰਦਰਗੁਪਤ ਦੂਜਾ, ਬਿੰਦੂਸਾਰ ਜਾਂ ਬ੍ਰਹਦਰਥ? ਤਾਂ ਚੰਦਰਗੁਪਤ ਮੌਰੀਆ ਦੀ ਮੌਤ ਤੋਂ ਬਾਅਦ ਅਗਲਾ ਮੌਰੀਆ ਸਮਰਾਟ ਸੀ ਜਿਹੜਾ ਉਹ ਬਿੰਦੂਸਾਰ ਸੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਯੂਨਾਨੀ ਰਾਜਦੂਤ ਡੀਮੇਕਸ ਇੱਕ ਯੂਨਾਨੀ ਰਾਜਦੂਤ ਸੀਗਾ, ਕਿਸ ਦੇ ਸ਼ਾਸਨਕਾਲ ਦੌਰਾਨ ਭਾਰਤ ਪਾਟਲੀਪੁੱਤਰ ਵਿਖੇ ਆਇਆ ਸੀਗਾ? ਅਸ਼ੋਕ, ਚੰਦਰਗੁਪਤ ਦੂਜਾ, ਬਿੰਦੂਸਾਰ ਜਾਂ ਫਿਰ ਬ੍ਰਹਦਰਥ ਸਮੇਂ? ਤਾਂ ਯੂਨਾਨੀ ਰਾਜਦੂਤ ਡੀਮੇਕਸ ਬਿੰਦੂਸਾਰ ਦੇ ਸ਼ਾਸਨਕਾਲ ਦੇ ਦੌਰਾਨ ਭਾਰਤ ਦੇ ਵਿੱਚ ਪਾਟਲੀਪੁੱਤਰ ਵਿਖੇ ਆਇਆ ਸੀਗਾ। ਬਿੰਦੂਸਾਰ ਸੀ ਜਿਹੜਾ ਉਹ ਚੰਦਰਗੁਪਤ ਮੌਰੀਆ ਤੋਂ ਬਾਅਦ ਅਗਲਾ ਮੌਰੀਆ ਸਮਰਾਟ ਸੀਗਾ। ਸੋ ਡੀਮੇਕਸ ਜਿਹੜਾ ਰਾਜਦੂਤ ਸੀ, ਯੂਨਾਨੀ ਰਾਜਦੂਤ ਸੀ, ਉਹ ਬਿੰਦੂਸਾਰ ਦੇ ਸ਼ਾਸਨਕਾਲ ਦੇ ਦੌਰਾਨ ਭਾਰਤ ਆਇਆ ਸੀ। ਜਗ੍ਹਾ ਸੀ ਪਾਟਲੀਪੁੱਤਰ। ਅਗਲਾ ਪ੍ਰਸ਼ਨ ਹੈ, ਬਿੰਦੂਸਾਰ ਦਾ ਸ਼ਾਸਨਕਾਲ ਕਿੰਨਾ ਸੀ? ਹੁਣੇ ਆਪਾਂ ਉੱਪਰ ਕੁਐਸਚਨ ਪੜ੍ਹ ਕੇ ਆਏ ਹਾਂ, ਸੋ ਤੁਹਾਨੂੰ ਪਤਾ ਲੱਗ ਗਿਆ ਹੋਏਗਾ। 263 ਤੋਂ 258, 298 ਤੋਂ 273, 280 ਤੋਂ 245, 217 ਤੋਂ 250 ਈਸਵੀ ਪੂਰਵ। ਤਾਂ ਬਿੰਦੂਸਾਰ ਦਾ ਸ਼ਾਸਨਕਾਲ ਸੀ ਜਿਹੜਾ 298 ਤੋਂ 273 ਈਸਵੀ ਪੂਰਬ ਸੀ।
ਸੋ ਚੰਦਰਗੁਪਤ ਮੌਰੀਆ ਦੀ ਮੌਤ ਹੈ ਜਿਹੜੀ 298 ਦੇ ਵਿੱਚ ਹੁੰਦੀ ਹੈ। ਤਾਂ ਇਸ ਤੋਂ ਬਾਅਦ ਮੌਰੀਆ ਸਮਰਾਟ ਜਿਹੜਾ ਬਿੰਦੂਸਾਰ ਸੀ ਉਹ ਰਾਜਗੱਦੀ 'ਤੇ ਬਹਿੰਦਾ ਹੈ 298 ਤੋਂ 273 ਈਸਵੀ ਪੂਰਵ ਵਿੱਚ। ਅਗਲਾ ਪ੍ਰਸ਼ਨ ਹੈ, ਬਿੰਦੂਸਾਰ ਦੇ ਸ਼ਾਸਨ ਕਾਲ ਦੇ ਵਿੱਚ ਅਸ਼ੋਕ ਕਿਹੜੇ ਪ੍ਰਾਂਤ ਦਾ ਗਵਰਨਰ ਸੀ? ਜਦੋਂ ਬਿੰਦੂਸਾਰ ਸੀ ਜਿਹੜਾ ਰਾਜਗੱਦੀ 'ਤੇ ਬਹਿ ਗਿਆ ਸੀ ਤਾਂ ਇਹਦੇ ਸ਼ਾਸਨ ਕਾਲ ਚੱਲ ਪਿਆ ਸੀ, ਤਾਂ ਇਸ ਸਮੇਂ ਜੋ ਰਾਜਾ ਅਸ਼ੋਕ ਹੋਇਆ ਤਾਂ ਉਹ ਕਿਹੜੇ ਪ੍ਰਾਂਤ ਦਾ ਗਵਰਨਰ ਸੀ? ਕਲਿੰਗ, ਸੁਬਰਨਗਿਰੀ, ਤੋਸ਼ਾਲੀ ਜਾਂ ਫਿਰ ਉਜੈਨ ਦਾ? ਤਾਂ ਇਹ ਸੀਗਾ ਜੀ ਉਜੈਨ ਪ੍ਰਾਂਤ ਦਾ। ਰਾਜਾ ਅਸ਼ੋਕ ਹੋਇਆ ਜਿਹੜਾ ਉਹ ਉਜੈਨ ਪ੍ਰਾਂਤ ਦਾ ਗਵਰਨਰ ਸੀ ਜਦੋਂ ਬਿੰਦੂਸਾਰ ਦਾ ਸ਼ਾਸਨ ਕਾਲ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਿੰਦੂਸਾਰ ਦੇ ਸਮੇਂ ਕਿਹੜੇ ਸਥਾਨ 'ਤੇ ਵਿਦਰੋਹ ਹੋਇਆ ਸੀ? ਤਕਸ਼ਿਲਾ ਜਾਂ ਟੈਕਸਿਲਾ, ਸੁਬਰਨਗਿਰੀ, ਤੋਸ਼ਾਲੀ ਜਾਂ ਫਿਰ ਵੈਸ਼ਾਲੀ? ਤਾਂ ਬਿੰਦੂਸਾਰ ਦੇ ਸਮੇਂ ਜਿਹੜਾ ਤਕਸ਼ਿਲਾ ਜਾਂ ਟੈਕਸਿਲਾ ਇਸ ਸਥਾਨ 'ਤੇ ਜਿਹੜਾ ਵਿਦਰੋਹ ਹੋਇਆ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਤੇ ਅਗਲਾ ਪ੍ਰਸ਼ਨ ਹੈ, ਇਹ ਜਿਹੜਾ ਵਿਦਰੋਹ ਹੋਇਆ ਸੀ ਬਿੰਦੂਸਾਰ ਦੇ ਸਮੇਂ ਤਕਸ਼ਿਲਾ ਦੇ ਵਿੱਚ, ਇਸ ਨੂੰ ਕਿਸ ਨੇ ਦਬਾਇਆ ਸੀ? ਕੁਨਾਲ, ਅਸ਼ੋਕ, ਭਦਰਬਾਹੂ ਜਾਂ ਫਿਰ ਮਹਿੰਦਰ ਨੇ? ਤਾਂ ਇਸ ਨੂੰ ਦਬਾਇਆ ਸੀਗਾ ਜੀ ਰਾਜੇ ਅਸ਼ੋਕ ਨੇ। ਅਸ਼ੋਕ ਸੀ ਜਿਹੜਾ ਉਜੈਨ ਪ੍ਰਾਂਤ ਦਾ ਗਵਰਨਰ ਸੀ, ਤਾਂ ਇਸ ਨੇ ਤਕਸ਼ਿਲਾ ਦੇ ਵਿੱਚ ਬਿੰਦੂਸਾਰ ਦੇ ਸਮੇਂ ਜੋ ਵਿਦਰੋਹ ਹੋਇਆ ਸੀ ਉਸ ਨੂੰ ਦਬਾਇਆ ਸੀ। ਸਮਰਾਟ ਅਸ਼ੋਕ ਕਿਸ ਦਾ ਪੁੱਤਰ ਸੀ? ਚੰਦਰਗੁਪਤ ਮੌਰੀਆ ਦਾ, ਬਿੰਦੂਸਾਰ ਦਾ, ਬਿੰਬੀਸਾਰ ਦਾ ਜਾਂ ਫਿਰ ਅਜਾਤਸ਼ਤਰੂ ਦਾ? ਤਾਂ ਸਮਰਾਟ ਅਸ਼ੋਕ ਸੀ ਜਿਹੜਾ ਉਹ ਬਿੰਦੂਸਾਰ ਦਾ ਪੁੱਤਰ ਸੀਗਾ, ਯਾਨੀ ਕਿ ਅਗਲਾ ਬਣਨ ਵਾਲਾ ਸ਼ਾਸਕ ਸੀਗਾ। ਬਿੰਦੂਸਾਰ ਦੀ ਮੌਤ ਕਦੋਂ ਹੋਈ ਸੀ? 273 ਈਸਵੀ ਪੂਰਵ, 263, 253 ਜਾਂ ਫਿਰ 243 ਈਸਵੀ ਪੂਰਵ? ਤਾਂ ਬਿੰਦੂਸਾਰ ਦੀ ਜਿਹੜੀ ਮੌਤ ਸੀ 273 ਈਸਵੀ ਪੂਰਵ ਦੇ ਵਿੱਚ ਹੋਈ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਿੰਦੂਸਾਰ ਦੀ ਮੌਤ ਤੋਂ ਬਾਅਦ ਕੌਣ ਮੌਰੀਆ ਵੰਸ਼ ਦਾ ਸ਼ਾਸਕ ਬਣਿਆ ਸੀ? ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਤਾਂ ਰਾਜਾ ਅਸ਼ੋਕ ਪਹਿਲਾ ਸੀਗਾ ਜਿਹੜਾ ਚੰਦਰਗੁਪਤ ਮੌਰੀਆ ਸੀ, ਫਿਰ ਬਿੰਦੂਸਾਰ ਬਣਦਾ ਹੈ, ਇਸ ਤੋਂ ਬਾਅਦ ਰਾਜਾ ਅਸ਼ੋਕ ਹੈ ਜਿਹੜਾ ਮੌਰੀਆ ਵੰਸ਼ ਦਾ ਸ਼ਾਸਕ ਬਣਿਆ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਪ੍ਰਿਯਦਰਸ਼ੀ ਅਤੇ ਦੇਵਨਾਮ ਪ੍ਰਿਆ ਕਿਸ ਮੌਰੀਆ ਸ਼ਾਸਕ ਨੂੰ ਕਿਹਾ ਜਾਂਦਾ ਹੈ? ਬ੍ਰਿਹਦਰਥ, ਅਸ਼ੋਕ, ਕੁਨਾਲ ਜਾਂ ਫਿਰ ਸਿਧਾਰਥ ਨੂੰ? ਤਾਂ ਇਹ ਕਿਹਾ ਜਾਂਦਾ ਜੀ ਆਪਸ਼ਨ ਆੜਾ ਰਾਜੇ ਅਸ਼ੋਕ ਨੂੰ ਪ੍ਰਿਯਦਰਸ਼ੀ, ਦੇਵਨਾਮ ਪ੍ਰਿਆ। ਸੋ ਇਹ ਮੌਰੀਆ ਸ਼ਾਸਕ ਅਸ਼ੋਕ ਨੂੰ ਕਿਹਾ ਜਾਂਦਾ ਹੈ ਜੋ ਤੀਸਰਾ ਮੌਰੀਆ ਵੰਸ਼ ਦਾ ਜਿਹੜਾ ਸ਼ਾਸਕ ਸੀ ਉਹ ਬਣਿਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਮਰਾਟ ਬਣਨ ਤੋਂ ਪਹਿਲਾਂ ਅਸ਼ੋਕ ਨੇ ਕਿੱਥੋਂ ਦੇ ਵਿਦਰੋਹ ਨੂੰ ਦਬਾਇਆ ਸੀ? ਤਾਂ ਇਸੇ ਜੀ ਕੁਐਸਚਨ ਆਇਆ, ਉੱਪਰ ਆਪਾਂ ਕਰਕੇ ਆਏ ਹਾਂ। ਕਲਿੰਗ, ਤੋਸ਼ਾਲੀ, ਉਜੈਨ ਜਾਂ ਫਿਰ ਟੈਕਸਿਲਾ? ਸੋ ਇੱਥੇ ਟੈਕਸਿਲਾ ਪਾ ਦਿੱਤਾ, ਟੈਕਸਿਲਾ ਜਾਂ ਤਕਸ਼ਿਲਾ ਇੱਕੋ ਹੀ ਗੱਲ ਹੈ। ਤਾਂ ਇਹ ਦਬਾਇਆ ਸੀਗਾ ਜੀ ਟੈਕਸਿਲਾ ਨੂੰ ਸਮਰਾਟ ਬਣਨ ਤੋਂ ਪਹਿਲਾਂ। ਉਦੋਂ ਰਾਜਾ ਅਸ਼ੋਕ ਸੀ ਜਿਹੜਾ ਉਜੈਨ ਦਾ ਗਵਰਨਰ ਸੀ ਜਦੋਂ ਇਹ ਵਿਦਰੋਹ ਨੂੰ ਦਬਾਇਆ ਸੀ, ਤਾਂ ਉਸ ਟਾਈਮ ਇਹ ਗਵਰਨਰ ਸੀ, ਸਮਰਾਟ ਨਹੀਂ ਬਣੇ ਸੀ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਸ਼ੋਕ ਰਾਜਗੱਦੀ 'ਤੇ ਕਦੋਂ ਬੈਠਿਆ ਸੀ? 273 ਈਸਵੀ ਪੂਰਬ, 269, 298 ਜਾਂ ਫਿਰ 250 ਈਸਵੀ ਪੂਰਬ ਦੇ ਵਿੱਚ? ਤਾਂ ਰਾਜਾ ਅਸ਼ੋਕ ਸੀ ਜਿਹੜਾ ਉਹ 273 ਈਸਵੀ ਪੂਰਬ ਦੇ ਵਿੱਚ ਰਾਜਗੱਦੀ 'ਤੇ ਬੈਠਿਆ ਸੀ। ਅਗਲਾ ਪ੍ਰਸ਼ਨ ਹੈ, ਅਸ਼ੋਕ ਦੀ ਤਾਜਪੋਸ਼ੀ ਕਦੋਂ ਹੋਈ ਸੀ? 273, 269, 298, 250? ਤਾਂ 273 ਤਾਂ ਨਹੀਂ ਆਏਗਾ, 273 ਤਾਂ ਰਾਜਗੱਦੀ 'ਤੇ ਬੈਠਿਆ ਸੀ। ਤਾਂ ਜਿਹੜੀ ਅਸ਼ੋਕ ਦੀ ਤਾਜਪੋਸ਼ੀ ਹੋਈ ਸੀ ਉਹ 269 ਈਸਵੀ ਪੂਰਵ ਦੇ ਵਿੱਚ ਹੋਈ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਸ ਪ੍ਰਸਿੱਧ ਸ਼ਾਸਕ ਨੂੰ ਸ਼ਿਲਾਲੇਖਾਂ ਦਾ ਜਨਕ ਕਿਹਾ ਜਾਂਦਾ ਹੈ? ਚੰਦਰਗੁਪਤ ਮੌਰੀਆ, ਬਿੰਦੂਸਾਰ, ਅਸ਼ੋਕ ਜਾਂ ਫਿਰ ਅਜਾਤ ਸ਼ਤਰੂ ਨੂੰ?
ਤਾਂ ਸ਼ਿਲਾਲੇਖਾਂ ਦਾ ਜਨਕ ਹੈ ਜਿਹੜਾ ਰਾਜੇ ਅਸ਼ੋਕ ਨੂੰ ਕਿਹਾ ਜਾਂਦਾ ਹੈ। ਜੋ ਤੀਸਰਾ ਮੌਰੀਆ ਵੰਸ਼ ਦਾ ਸ਼ਾਸਕ ਸੀਗਾ, ਸਮਰਾਟ ਬਣਿਆ ਸੀ ਰਾਜਾ ਅਸ਼ੋਕ, ਤਾਂ ਇਸ ਨੂੰ ਸ਼ਿਲਾਲੇਖਾਂ ਦਾ ਜਨਕ ਹੈ ਜਿਹੜਾ ਇਹ ਵੀ ਕਿਹਾ ਜਾਂਦਾ ਹੈ। ਸੋ ਇੰਪੋਰਟੈਂਟ ਕੁਐਸਚਨ ਹੈ, ਜ਼ਰੂਰ ਨੋਟ ਕਰਿਓ। ਅਗਲਾ ਪ੍ਰਸ਼ਨ ਹੈ, ਕਿਸ ਮੌਰੀਆ ਸ਼ਾਸਕ ਨੂੰ ਕੰਸਟਾਈਨ ਆਫ ਬੁੱਧਿਜ਼ਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਚੰਦਰਗੁਪਤ ਮੌਰੀਆ, ਅਸ਼ੋਕ, ਬਿੰਦੂਸਾਰ ਜਾਂ ਫਿਰ ਅਜਾਤਸ਼ਤਰੂ ਨੂੰ? ਤਾਂ ਇਹ ਜਾਣਿਆ ਜਾਂਦਾ ਹੈ ਜੀ ਰਾਜੇ ਅਸ਼ੋਕ ਨੂੰ। ਅਗਲਾ ਪ੍ਰਸ਼ਨ ਹੈ, ਅਸ਼ੋਕ ਦੇ ਅਭਿਲੇਖਾਂ ਨੂੰ ਸਭ ਤੋਂ ਪਹਿਲਾਂ 1837 ਈਸਵੀ ਦੇ ਵਿੱਚ ਕਿਸ ਨੇ ਪੜ੍ਹਿਆ ਸੀ? ਕਾਫੀ ਵਾਰ ਇਹ ਕੁਐਸਚਨ ਜਿਹੜਾ ਐਗਜ਼ਾਮ ਦੇ ਵਿੱਚ ਆਇਆ ਹੈ ਕਿ ਅਸ਼ੋਕ ਦੇ ਸ਼ਿਲਾਲੇਖਾਂ ਨੂੰ ਪੜ੍ਹਨ ਵਾਲਾ ਕੌਣ ਸੀ, ਸ਼ਾਰਟ ਦੇ ਵਿੱਚ ਹੀ ਪਾ ਦਿੱਤਾ ਜਾਂਦਾ ਹੈ ਜਾਂ ਈਅਰ ਨਾਲ ਪੁੱਛ ਲਿਆ ਜਾਂਦਾ ਹੈ ਕਿਸ ਨੇ ਅਤੇ ਕਿਹੜੇ ਈਅਰ ਦੇ ਵਿੱਚ ਜਾਂ ਕਦੋਂ ਪੜ੍ਹਿਆ ਸੀ? ਜੇਮਜ਼ ਪ੍ਰਿੰਸ, ਜੇਮਜ਼ ਪ੍ਰਿੰਸਿਪ, ਜੇਮਜ਼ ਵਿਲੀਅਮ ਜਾਂ ਵਿਲੀਅਮ ਜੋਨਜ਼? ਤਾਂ ਅਸ਼ੋਕ ਦੇ ਅਭਿਲੇਖਾਂ ਨੂੰ ਸਭ ਤੋਂ ਪਹਿਲਾਂ ਪੜ੍ਹਨ ਵਾਲਾ 1837 ਦੇ ਵਿੱਚ ਜੇਮਜ਼ ਪ੍ਰਿੰਸਿਪ ਸੀਗਾ। ਸੋ ਕਨਫਿਊਜ਼ ਕਰਨ ਵਾਸਤੇ ਇੱਥੇ ਜੇਮਜ਼ ਪ੍ਰਿੰਸ ਵੀ ਪਾਇਆ ਹੋਇਆ ਹੈ, ਜੇਮਜ਼ ਵਿਲੀਅਮ ਵੀ ਪਾਇਆ ਹੋਇਆ। ਤਾਂ ਜੇਮਜ਼ ਪ੍ਰਿੰਸਿਪ ਸੀਗਾ ਜਿਹਨੇ ਅਸ਼ੋਕ ਦੇ ਅਭਿਲੇਖਾਂ ਨੂੰ ਸਭ ਤੋਂ ਪਹਿਲਾਂ ਪੜ੍ਹਿਆ ਸੀ। ਕਦੋਂ ਪੜ੍ਹਿਆ ਸੀ? 1837 ਈਸਵੀ ਦੇ ਵਿੱਚ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਾਂਚੀ ਦਾ ਸਤੂਪ ਕਿਸ ਮੌਰੀਆ ਸ਼ਾਸਕ ਨੇ ਬਣਵਾਇਆ ਸੀ? ਚੰਦਰਗੁਪਤ ਮੌਰੀਆ, ਬਿੰਦੂਸਾਰ, ਅਸ਼ੋਕ ਜਾਂ ਫਿਰ ਕੁਨਾਲ ਨੇ? ਤਾਂ ਸਾਂਚੀ ਦਾ ਜਿਹੜਾ ਸਤੂਪ ਸੀ ਤਾਂ ਮੌਰੀਆ ਸ਼ਾਸਕ, ਇੱਥੇ ਤੁਸੀਂ ਹਿੰਟ ਲਗਾ ਸਕਦੇ ਹੋ ਕਿਸ ਨੇ ਬਣਵਾਇਆ ਸੀ, ਤਾਂ ਰਾਜੇ ਅਸ਼ੋਕ ਨੇ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸਾਂਚੀ ਦੇ ਸਤੂਪ 'ਤੇ, ਜਾਂ ਸ਼ੁਰੂਆਤੀ ਵੀ ਪੁੱਛਿਆ ਜਾ ਸਕਦਾ ਹੈ। ਪ੍ਰਾਚੀਨ ਭਾਰਤ ਦੀ ਕਿਹੜੀ ਲਿਪੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ? 4 ਲਿਪੀਆਂ ਦੇ ਨਾਮ ਨੇ, ਬ੍ਰਾਹਮੀ, ਦੇਵਨਾਗਰੀ, ਸ਼ਾਰਦਾ ਜਾਂ ਫਿਰ ਖਰੋਸ਼ਟੀ? ਤਾਂ ਪ੍ਰਾਚੀਨ ਭਾਰਤ ਦੀ ਜਿਹੜੀ ਲਿਪੀ ਸੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ ਤਾਂ ਉਹ ਬ੍ਰਾਹਮੀ ਲਿਪੀ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਹੇਠਾਂ ਦਿੱਤੇ ਜੋ ਅਸ਼ੋਕ ਦਾ ਕਿਹੜਾ ਅਭਿਲੇਖ ਖਰੋਸ਼ਟੀ ਲਿਪੀ ਦੇ ਵਿੱਚ ਹੈ? 4 ਅਭਿਲੇਖਾਂ ਦੇ ਨਾਮ ਨੇ, ਕਲਸੀ, ਗਿਰਨਾਰ, ਸ਼ਾਹਬਾਜ਼ਗੜੀ ਜਾਂ ਮੇਰਠ? ਤਾਂ ਇਹ ਅਭਿਲੇਖ ਹੈ ਜਿਹੜਾ ਸ਼ਾਹਬਾਜ਼ਗੜੀ ਹੈ ਜੋ ਅਸ਼ੋਕ ਦਾ ਅਭਿਲੇਖ ਆ ਅਤੇ ਖਰੋਸ਼ਟੀ ਲਿਪੀ ਦੇ ਵਿੱਚ ਹੈ। ਸ਼ਾਹਬਾਜ਼ਗੜੀ ਅਭਿਲੇਖ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅਸ਼ੋਕ ਦੇ ਸ਼ਿਲਾਲੇਖਾਂ ਦੇ ਵਿੱਚ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ? ਸੰਸਕ੍ਰਿਤ, ਪ੍ਰਾਕਿਰਤ, ਪਾਲੀ ਜਾਂ ਫਿਰ ਹਿੰਦੀ? ਤਾਂ ਇਹ ਭਾਸ਼ਾ ਜੀ ਪ੍ਰਾਕਿਰਤਿਕ, ਜੋ ਅਸ਼ੋਕ ਦੇ ਰਾਜਾ ਅਸ਼ੋਕ ਹੈ ਮੌਰੀਆ ਸਮਰਾਟ, ਤਾਂ ਇਹਦੇ ਜੋ ਸ਼ਿਲਾਲੇਖ ਸੀ ਤਾਂ ਇਹਨਾਂ ਦੀ ਜਿਹੜੀ ਭਾਸ਼ਾ ਸੀ, ਲੈਂਗੁਏਜ ਸੀ, ਉਹ ਪ੍ਰਾਕਿਰਤਿਕ ਸੀ ਅਤੇ ਇਸ ਦੇ ਸ਼ਿਲਾਲੇਖਾਂ ਨੂੰ ਪੜ੍ਹਨ ਵਾਲਾ ਜੇਮਜ਼ ਪ੍ਰਿੰਸਿਪ ਸੀਗਾ 1837 ਦੇ ਵਿੱਚ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅਸ਼ੋਕ ਦੇ ਕਿਸ ਸ਼ਿਲਾਲੇਖ ਦੇ ਵਿੱਚ ਪਸ਼ੂ ਬਲੀ ਪ੍ਰਥਾ 'ਤੇ ਰੋਕ ਲਗਾਉਣ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ? ਕਿਹੜਾ ਅਭਿਲੇਖ ਸੀਗਾ ਜਿਹਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਪਸ਼ੂ ਬਲੀ ਪ੍ਰਥਾ ਸੀ, ਜਿਹੜੀ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ, ਇਸ 'ਤੇ ਰੋਕ ਲਗਾਈ ਗਈ ਸੀ, ਇਸ ਦੀ ਜਾਣਕਾਰੀ ਜਿਹੜੀ ਪ੍ਰਾਪਤ ਹੁੰਦੀ ਹੈ? ਪਹਿਲਾ ਸ਼ਿਲਾਲੇਖ, ਦੂਜਾ ਸ਼ਿਲਾਲੇਖ, ਤੀਜਾ ਸ਼ਿਲਾਲੇਖ ਜਾਂ ਫਿਰ ਚੌਥਾ ਸ਼ਿਲਾਲੇਖ? ਤਾਂ ਇਹ ਜਾਣਕਾਰੀ ਜਿਹੜੀ ਪ੍ਰਾਪਤ ਹੁੰਦੀ ਹੈ ਪਹਿਲੇ ਸ਼ਿਲਾਲੇਖ ਦੇ ਵਿੱਚ। ਪਸ਼ੂ ਬਲੀ ਪ੍ਰਥਾ 'ਤੇ ਰੋਕ ਲਗਾਉਣੀ, ਇਹਦੀ ਜਾਣਕਾਰੀ ਜਿਹੜੀ ਸਾਨੂੰ ਅਸ਼ੋਕ ਦੇ ਪਹਿਲੇ ਸ਼ਿਲਾਲੇਖ ਤੋਂ ਪ੍ਰਾਪਤ ਹੁੰਦੀ ਹੈ। ਸਾਰਨਾਥ ਦੇ ਸਤੰਭ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਹਰਸ਼ਵਰਧਨ, ਅਸ਼ੋਕ, ਗੌਤਮ ਬੁੱਧ ਜਾਂ ਫਿਰ ਕਨਿਸ਼ਕ ਨੇ? ਤਾਂ ਜੋ ਸਾਰਨਾਥ ਦਾ ਸਤੰਭ ਹੈ ਤਾਂ ਇਸ ਦਾ ਜਿਹੜਾ ਨਿਰਮਾਣ ਸੀ ਰਾਜੇ ਅਸ਼ੋਕ ਨੇ ਕਰਵਾਇਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ।
ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਟੌਪਿਕ ਦੇ ਆਧਾਰ 'ਤੇ ਜਿੰਨੇ ਵੀ ਪ੍ਰਸ਼ਨ ਉੱਤਰ ਬਣਦੇ ਆ ਉਹ ਪ੍ਰੋਵਾਈਡ ਕਰਦੇ ਰਹਾਂਗੇ। ਸੋ ਚੈਨਲ ਨਾਲ ਜੁੜੇ ਰਹੋ। ਮਿਲਦੇ ਹਾਂ ਜੀ ਕੱਲ੍ਹ ਵਾਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।